ਹੈਲੋ एवरीवन। सो ਅੱਜ ਜਿਹੜਾ ਅਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹਾਂ, ਇਟ ਇਜ਼ ਨਾਟ ਇੰਪੋਰਟੈਂਟ ਫॉर ਮਾਸਟਰ ਕੈਡਰ ਓਨਲੀ। ਇਫ ਯੂ ਆਰ ਪ੍ਰੀਪੇਅਰਿੰਗ ਫॉर ਐਨੀ ਪੰਜਾਬ एग्जाम that is related to literature, it is going to be very beneficial for everyone। ਸੋ ਆਰ ਕੇ ਨਾਰਾਇਣ ਨੂੰ ਅੱਜ ਅਸੀਂ ਕਰਨ ਜਾ ਰਹੇ ਹਾਂ। ਆਰ ਕੇ ਨਾਰਾਇਣ ਜਿਵੇਂ ਕਿ ਮੈਨੂੰ ਲੱਗਦਾ ਹੈ ਸਾਰੇ ਹੀ ਜਿਹੜੇ 90 ਕਿਡਸ ਨੇ, ਅਗਰ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਪ੍ਰੋਗਰਾਮਸ ਦੇਖੇ ਨੇ ਤਾਂ ਉਹ ਇੱਕ ਬਹੁਤ ਹੀ ਅੱਛਾ ਉਹਦੇ ਵਿੱਚ ਸੀਰੀਅਲ ਆਉਂਦਾ ਸੀ, ਮਾਲਗੁਡੀ ਡੇਜ਼, ਰਾਈਟ। ਸੋ ਉਹਦੇ ਵਿੱਚ ਸਵਾਮੀ ਔਰ ਉਹਦੇ ਫਰੈਂਡਸ ਦੇ ਬਾਰੇ ਸਟੋਰੀ ਹੁੰਦੀ ਸੀ। ਸੋ ਆਰ ਕੇ ਨਾਰਾਇਣ ਜਿਹੜੇ ਨੇ, ਇਹਨਾਂ ਦਾ ਟਾਈਮ ਲਾਈਨ ਹੈ 1906 to 2001, ਰਾਈਟ। ਦੈਨ ਅਸੀਂ ਆਰ ਕੇ ਨਾਰਾਇਣ ਪਰ ਜਦੋਂ ਦੇਖਦੇ ਹਾਂ ਤਾਂ ਮਾਲਗੁਡੀ ਜਿਹੜਾ ਹੈ ਉਹਨਾਂ ਨੇ ਇੱਕ ਫਿਕਸ਼ਨਲ ਟਾਊਨ ਕ੍ਰੀਏਟ ਕੀਤਾ ਸੀ ਸਾਊਥ ਦੇ ਵਿੱਚ। ਉਹਨਾਂ ਨੇ ਇੱਕ ਫਿਕਸ਼ਨਲ ਟਾਊਨ ਕ੍ਰੀਏਟ ਕਰ ਲਿਆ ਸੀ। ਫਿਕਸ਼ਨਲ ਮੀਨਸ ਕਿ ਮਨ ਆਪਣੇ ਵੱਲੋਂ, ਜਿਵੇਂ ਆਪਾਂ ਕਹਿ ਲੈਂਦੇ ਹਾਂ ਕਿ ਇਸਦਾ ਨਾਮ ਮਾਲਗੁਡੀ ਰੱਖ ਦਿੰਦੇ ਹਾਂ, ਠੀਕ ਹੈ, ਦੈਟ ਕਾਈਂਡ ਆਫ। ਤਾਂ ਮਾਲਗੁਡੀ ਮੈਸੂਰ ਦੇ ਵਿੱਚ ਇਹਨਾਂ ਨੇ ਇੱਕ ਫਿਕਸ਼ਨਲ ਟਾਊਨ ਹੈ ਜੋ ਕਿ ਸਵਾਮੀ ਐਂਡ ਹਿਸ ਫਰੈਂਡਸ ਜਿਹੜਾ ਹੈ ਉਹਦੇ 'ਤੇ ਬੇਸ, ਜਿਹੜੀ ਮੈਂ ਦੱਸ ਰਹੀ ਹਾਂ, ਇੱਕ ਸੀਰੀਜ਼ ਚੱਲੀ ਸੀ। ਸੋ ਦੈਟ, ਔਰ ਉਹਨਾਂ ਦਾ ਨਾਮ ਹੈ ਆਰ ਕੇ ਨਾਰਾਇਣ। ਦੈਨ ਆਰ ਇਜ਼ ਰਿਲੇਟਡ ਟੂ ਰਾਸ਼ੀਪੁਰਮ, ਦੈਟ ਇਜ਼ ਹਿਜ਼ ਵਿਲੇਜ ਨੇਮ ਆਲਸੋ, ਐਂਡ ਕ੍ਰਿਸ਼ਨਾ ਸਵਾਮੀ ਇਜ਼ ਹਿਜ਼ ਫਾਦਰਸ ਨੇਮ ਐਂਡ ਹਿਜ਼ ਨੇਮ ਇਜ਼ ਨਾਰਾਇਣਾ। ਸੋ ਇਹਨਾਂ ਦੇ 2014 ਦੇ ਵਿੱਚ ਇਹਨਾਂ ਨੂੰ ਗੂਗਲ ਨੇ ਕੋਮੈਮੋਰੇਟ ਕਰਦੇ ਹੋਏ, ਸ਼ਰਧਾਂਜਲੀ ਦਿੰਦੇ ਹੋਏ, ਇਹਨਾਂ ਦਾ 108ਵਾਂ ਬਰਥਡੇ ਜਿਹੜਾ ਹੈ ਉਹ ਸੈਲੀਬ੍ਰੇਟ ਕਰਤਾ ਸੀ। ਔਰ ਗੂਗਲ ਨੇ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਕਵਰ ਹੁੰਦਾ ਹੈ, ਬੈਨਰ ਦਾ ਜਿਹੜਾ ਪੇਜ ਹੁੰਦਾ ਹੈ ਉੱਪਰ, ਉੱਥੇ ਉਹਨਾਂ ਨੇ ਇਹਨਾਂ ਦੀ ਮਾਲਗੁਡੀ ਡੇਜ਼ ਦੀ ਕਾਪੀ ਸ਼ੋਅ ਕੀਤੀ ਸੀ, ਠੀਕ ਹੈ, ਇਹਨਾਂ ਨੂੰ ਆਪਣੇ ਕੋਮੈਮੋਰੇਟ ਕਰਨ ਲਈ। ਦੈਨ ਹੀ ਇਜ਼ ਵੈਰੀ ਇੰਪੋਰਟੈਂਟ ਪੁਆਇੰਟ ਹੈ, ਕਿਉਂਕਿ ਜਿਵੇਂ ਕਿ ਆਪਾਂ ਅੱਗੇ ਦੇਖਾਂਗੇ ਕਿ ਰਾਜਾ ਰਾਓ ਨੇ ਆਪਣੇ ਕੋਲ ਤੇ ਮੁਲਕ ਰਾਜ ਆਨੰਦ ਹੈ। ਸੋ ਅਗਰ ਉਸਦੇ ਨਾਲ ਕੋਈ ਵੀ ਬ੍ਰਿਟਿਸ਼ ਜਾਂ ਕੋਈ ਵੀ ਫੋਰਨ ਜਿਹੜਾ ਆਥਰ ਹੈ ਉਹਨਾਂ ਦੇ ਨਾਲ ਕਿਸੇ ਸਮਹਾਓ ਰਿਲੇਟਿਡ ਹੈ, ਸੋ ਪੁਆਇੰਟ ਸਾਡੇ ਲਈ ਆਟੋਮੈਟਿਕਲੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦਾ ਇੱਕ ਕੁਐਸਚਨ UGC ਦੇ ਵਿੱਚ ਵੀ ਪੁੱਛਿਆ ਗਿਆ ਹੈ, ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਆਪਣੇ ਪੇਪਰ ਦੇ ਲਈ ਵੀ ਇਹ ਬਹੁਤ ਇੰਪੋਰਟੈਂਟ ਹੈ। ਜਿਵੇਂ ਕਿ ਜਿਹੜਾ ਗ੍ਰਾਹਮ ਗ੍ਰੀਨ ਨੇ ਹੈ, ਗ੍ਰਾਹਮ ਗ੍ਰੀਨ ਜਿਹੜੇ ਨੇ ਉਹ ਉਹਨਾਂ ਨੇ ਆਰ ਕੇ ਨਾਰਾਇਣ ਦੇ ਵਰਕਸ ਨੂੰ ਜਦੋਂ ਪੜ੍ਹਿਆ ਤਾਂ ਆਰ ਕੇ ਨਾਰਾਇਣ ਨੇ ਆਪਣਾ ਜਿਹੜਾ ਪਹਿਲਾ ਸਵਾਮੀ ਐਂਡ ਹਿਸ ਫਰੈਂਡਸ ਜਿਹੜਾ ਵਰਕ ਹੈ, ਇਸ ਦਾ ਨਾਮ ਪਹਿਲੇ ਉਹਨਾਂ ਨੇ ਸਵਾਮੀ ਐਂਡ ਟੌਟ ਰੱਖਿਆ ਸੀ। ਸਵਾਮੀ ਐਂਡ ਟੌਟ ਇਸ ਤਰ੍ਹਾਂ ਕਰਕੇ ਰੱਖਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਗ੍ਰਾਹਮ ਗ੍ਰੀਨ ਨੇ ਉਹਨਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਆਪਣੇ ਵਰਕ ਦਾ ਨਾਮ ਜਿਹੜਾ ਹੈ ਚੇਂਜ ਕਰਕੇ ਸਵਾਮੀ ਐਂਡ ਹਿਸ ਫਰੈਂਡਸ ਕਰ ਦਿਓ। ਸੋ ਉਹਨਾਂ ਦੇ ਸੁਜੈਸ਼ਨਸ 'ਤੇ ਇਸਦਾ ਨਾਮ ਚੇਂਜ ਕੀਤਾ ਗਿਆ ਸੀ, ਓਕੇ। ਦੈਨ ਇਹਨਾਂ ਦੇ ਨਾਲ ਜਿਹੜੇ ਆਰ ਕੇ ਨਾਰਾਇਣ ਦੇ ਨਾਲ ਜਿਹੜਾ ਆਪਣਾ ਐਡੀਟਰ ਜਰਨਲ ਜਿਹਦੇ ਲਈ ਉਹ ਲਿਖਦੇ ਸੀ, ਉਹ ਇੰਪੋਰਟੈਂਟ ਹੈ। ਸੋ ਇੰਡੀਅਨ ਥਾਟ ਦੇ ਅੰਦਰ ਉਹਨਾਂ ਨੇ ਕੰਮ ਕੀਤਾ ਹੈ, ਔਰ ਇਸ ਦੇ ਅੰਦਰ ਉਹਨਾਂ ਨੇ ਆਪਣੀ 3 ਵੋਲੀਅਮ ਆਫ ਸ਼ੋਰਟ ਸਟੋਰੀਜ਼ ਜਿਹੜੀ ਨੇ ਕੀਤੀਆਂ ਸੀਗੀਆਂ। ਵੋਲੀਅਮ ਮਤਲਬ ਕਲੈਕਸ਼ਨ ਆਫ ਦਿਸ ਸ਼ੋਰਟ ਸਟੋਰੀਜ਼। ਸੋ ਫਸਟ ਇਜ਼ ਮਾਲਗੁਡੀ ਡੇਜ਼ ਐਜ਼ ਐਵਰੀਵਨ ਨੋਜ਼, ਐਂਡ ਸਾਈਕਲੋਨ ਐਂਡ ਅਦਰ ਸਟੋਰੀਜ਼, ਦੈਨ ਇਜ਼ ਡੋਡੂ ਐਂਡ ਅਦਰ ਸਟੋਰੀਜ਼। ਇਹ 3 ਜਿਹੜੇ ਵਰਕ ਨੇ, ਸਿਰਫ ਜਸਟ ਯੂ ਹੈਵ ਟੂ ਰਿਮੈਂਬਰ, ਇਟ ਇਜ਼ ਨੋਟ ਕਿ ਤੁਸੀਂ ਇਹਦੇ ਵਿੱਚ ਡੀਪ ਦੇ ਵਿੱਚ ਚੱਲ ਜਾਣਾ ਹੈ, ਠੀਕ ਹੈ। ਦੈਨ ਇਹਨਾਂ ਦਾ ਇੱਕ ਜਿਹੜਾ ਵਰਕ ਹੈ ਉਹ BBC ਉੱਤੇ ਵੀ BBC ਦੇ ਉੱਤੇ ਜਿਹੜਾ ਬਰੋਡਕਾਸਟ ਕੀਤਾ ਗਿਆ ਸੀ, ਦੈਟ ਇਜ਼ ਹੋਮ ਡਾਟਰ, ਓਕੇ। ਨੈਕਸਟ ਜਿਹੜੇ ਨੇ ਇਹਨਾਂ ਦੀ ਵਰਕਸ ਦੇ ਆਪਾਂ ਗੱਲ ਕਰ ਲੈਂਦੇ ਹਾਂ। ਇਹਨਾਂ ਦੇ ਵਰਕਸ ਜਿਹੜੇ ਨੇ, ਫਸਟ ਟ੍ਰੀਓਲੋਜੀ, ਆਪਣੀ ਜਦੋਂ ਟ੍ਰੀਓਲੋਜੀ ਕਿਤੇ ਵੀ ਆ ਜਾਂਦੀ ਹੈ ਨਾ, ਜਿਵੇਂ ਆਪਾਂ ਅੱਗੇ ਰਾਜਾ ਰਾਓ ਜਾਂ ਆਨੰਦ ਮੁਲਕ ਰਾਜ ਆਨੰਦ ਪੜ੍ਹਾਂਗੇ ਤਾਂ ਉੱਥੇ ਵੀ, ਜਾਂ ਫਿਰ ਆਪਾਂ ਖੁਸ਼ਵੰਤ ਸਿੰਘ ਪੜ੍ਹਾਂਗੇ, ਕਿਤੇ ਵੀ ਅਗਰ ਟ੍ਰੀਓਲੋਜੀ ਆ ਜਾਂਦੀ ਹੈ ਤਾਂ ਇਹ ਤੁਹਾਡਾ ਇੱਕ ਆਈਡੈਂਟੀਫਿਕੇਸ਼ਨ ਬੇਸ ਕੁਐਸਚਨ ਬਣ ਜਾਂਦਾ ਹੈ ਕਿ ਟ੍ਰੀਓਲੋਜੀ ਬਾਰੇ ਦੱਸੋ, ਠੀਕ ਹੈ। ਕਿ ਜਿਵੇਂ 4 ਵਰਕਸ ਦੇਤੇ ਉਹਨਾਂ ਨੇ, 1 2 3 4, ਤਾਂ ਇਹਨਾਂ ਵਿੱਚੋਂ ਕਿਹੜਾ ਵਰਕ ਹੈ ਜਿਹੜੀ ਇਸ ਕਲੈਕਸ਼ਨ ਦੇ ਅੰਡਰ ਨਹੀਂ ਆਉਂਦਾ। ਸੋ 3 ਵਿਲ ਬੀ ਰਾਈਟ ਐਂਡ 1 ਇਜ਼ ਗੋਇੰਗ ਟੂ ਬੀ ਦ ਇਨਕਰੈਕਟ ਆਪਸ਼ਨ। ਸੋ ਯੂ ਹੈਵ ਟੂ ਚੂਜ਼ ਦ ਰਾਈਟ ਵਨ, ਓਕੇ। ਦੈਨ ਤੁਸੀਂ ਯਾਦ ਰੱਖਣਾ ਹੈ ਕਿ ਉਹਨਾਂ ਦੀ ਟ੍ਰੀਓਲੋਜੀ ਦੇ ਵਿੱਚ ਸਵਾਮੀ ਐਂਡ ਹਿਸ ਫਰੈਂਡ, ਬੈਚਲਰ ਆਫ ਆਰਟਸ ਐਂਡ ਇਨ ਇੰਗਲਿਸ਼ ਟੀਚਰ, ਇਹਨਾਂ ਨੂੰ ਇੱਕ ਟ੍ਰੀਓਲੋਜੀ ਮੰਨਿਆ ਜਾਂਦਾ ਹੈ, ਠੀਕ ਹੈ। ਸਵਾਮੀ ਐਂਡ ਹਿਸ ਫਰੈਂਡ ਜਿਹੜਾ ਹੈ ਇਹ 1935 ਦੇ ਵਿੱਚ ਲਿਖਿਆ ਗਿਆ, ਔਰ ਇਸ ਨੂੰ ਤੁਸੀਂ ਪੂਰਾ ਇਲੈਬੋਰੇਟ ਕਰਕੇ ਪੜ੍ਹਨਾ ਹੈ। ਥੋੜ੍ਹੇ ਜਿਹੇ ਪੁਆਇੰਟਸ ਇਹਦੇ ਮੈਂ ਵੀ ਤੁਹਾਨੂੰ ਦੱਸ ਦੂੰਗੀ ਕਿ ਸਵਾਮੀ ਐਂਡ ਫਰੈਂਡਸ ਦੇ ਵਿੱਚ ਕਿੱਦਾਂ 1935 ਦੀ ਇਹ ਸਟੋਰੀ ਹੈ। ਦੈਨ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਸਵਾਮੀ ਐਂਡ ਹਿਸ ਫਰੈਂਡ ਦੇ ਵਿੱਚ ਕਿੱਦਾਂ ਕੀ ਪੁਆਇੰਟ ਜਿਹੜੇ ਨੇ ਆਪਣੇ ਲਈ ਇੰਪੋਰਟੈਂਟ ਰਹਿਣਗੇ। ਸੋ ਸਵਾਮੀ ਐਂਡ ਫਰੈਂਡਸ ਦੇ ਵਿੱਚ ਤੁਸੀਂ ਕਰੈਕਟਰ ਪਹਿਲੇ ਤਾਂ ਦੇਖਣੇ ਹੈ। ਇਹਦੇ ਵਿੱਚ ਇੱਕ ਕਰੈਕਟਰ ਹੈ ਰਾਜਮ, you can note it down. One character is Rajam, and then is Somu, then is Samuel, then is Mani, ठीक है।
ਹੁਣ ਜਿਹੜਾ ਆਪਣਾ ਰਾਜਮ ਹੈ ਉਹ ਰਾਜਮ ਜਿਹੜਾ ਹੈ ਉਹ ਕਲੋਨੀਅਲ ਪਾਵਰ ਨੂੰ ਉਸ ਟਾਈਮ ਦੇ ਉਹ ਰਿਪਰੈਜ਼ੈਂਟ ਕਰਦਾ ਹੈ। ਕਲੋਨੀਅਲਿਜ਼ਮ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਜਿਹੜਾ ਸੋਮੂ ਹੈ ਉਹ ਜਿਹੜਾ ਆਪਣਾ ਮੋਨੀਟਰ ਹੈ ਕਲਾਸ ਦਾ, ਇਹਦੇ ਲਈ ਇੰਪੋਰਟੈਂਟ ਇੱਕ ਇਹ ਹੈ ਮੋਨੀਟਰ ਹੈ। ਔਰ ਜਿਹੜਾ ਸੈਮੂਅਲ ਹੈ ਉਹ ਬ੍ਰਿਲੀਅੰਟ ਬॉय ਹੈ। ਹੀ ਹੈਜ਼ ਸੋ ਮੈਨੀ ਆਈਡੀਆਜ਼ ਦੈਟ ਹੀ ਅਮੇਜ਼ਡ ਐਵਰੀਵਨ ਵਿਦ ਹਿਜ਼ ਆਈਡੀਆਜ਼। ਸੋ ਇਹ ਬੜੇ ਵਰਕਸ ਨੇ ਉਹਨਾਂ ਦੇ। ਸਟੋਰੀਜ਼ ਜਿਹੜੀਆਂ ਨੇ ਮਾਲਗੁਡੀ ਡੇਜ਼ 1942 ਦੇ ਵਿੱਚ ਇਟ ਇਜ਼ ਟੇਕਨ ਫਰੋਮ ਦੀ ਇਹਦਾ ਇਹਨਾਂ ਦਾ ਇੱਕ ਵਰਕ ਸੀਗਾ ਅੰਡਰ ਬਨੀਅਨ ਟਰੀ ਇਹਨਾਂ ਦਾ ਇੱਕ ਵਰਕ ਹੈ। ਤਾਂ ਉਹਦੇ ਵਿੱਚੋਂ ਇਹ ਮਾਲਗੁਡੀ ਡੇਜ਼ ਦੀ ਇੱਕ ਸਟੋਰੀ ਜਿਹੜੀ ਹੈ ਲਿੱਤੀ ਗਈ ਸੀ, ਜੋ ਕਿ ਬਹੁਤ ਫੇਮਸ ਹੈ 1942 ਦੇ ਵਿੱਚ। ਨੈਕਸਟ ਵਨ ਇਜ਼ ਗੋਡ ਡਾਇਮੰਡਸ ਐਂਡ ਅਦਰਸ, ਇਟ ਇਜ਼ ਰਿਟਨ ਇਨ 1964। ਹੁਣ ਤੁਸੀਂ ਇਹਨਾਂ ਦੀ ਕ੍ਰੋਨੋਲੋਜੀ ਯਾਦ ਕਰਨਾ ਹੈ ਕਿ ਕਿਹੜਾ ਵਰਕ ਕਿਹੜੇ ਪੀਰੀਅਡ ਦੇ ਵਿੱਚ ਹੈ, ਕਿਹੜਾ ਟਾਈਮ ਪੀਰੀਅਡ ਹੈ, ਔਰ ਕਿਹੜਾ ਵਰਕਸ ਇਹਨਾਂ ਦਾ ਕਿਸ ਕੈਟਾਗਰੀ 'ਚ ਫੋਲ ਕਰ ਰਿਹਾ ਹੈ। ਦਿਸ ਇਜ਼ ਆਲ ਫॉर द ਇੰਪੋਰਟੈਂਟ ਐਂਡ ਸਮ ਕੁਛ ਹੀ ਜਿਹੜੇ ਵਰਕਸ ਨੇ ਇਹਨਾਂ ਦੇ ਉਹ ਇੰਪੋਰਟੈਂਟ ਨੇ, ਉਹਨਾਂ ਨੂੰ ਆਪਾਂ ਨੇ ਕਰਨਾ ਹੈ ਡਿਟੇਲ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ, ਠੀਕ ਹੈ। ਦੈਨ ਇਜ਼ ਦ ਪੇਂਟਰ ਆਫ ਸਾਇੰਸ 1976, ਟਾਈਗਰ ਫॉर ਮਾਲਗੁਡੀ 1983। ਇਨ ਦਿਸ ਕਰੈਕਟਰ ਦੈਟ ਇਜ਼ ਰਾਜਾ। ਤਾਂ ਉਹਦੀ ਸਪਿਰਿਚੁਅਲ ਜਿਹੜੀ ਜਰਨੀ ਹੈ ਉਸਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰਾ ਕੁਝ ਦਿਖਾਇਆ ਜਾ ਰਿਹਾ ਹੈ। ਹੌਰਸ ਐਂਡ ਗੋਲ 1970 ਦੇ ਵਿੱਚ ਆਇਆ ਹੈ। ਐਸਟਰੋਲੋਜਰਸ ਡੇਜ਼ ਐਂਡ ਅਦਰ ਸਟੋਰੀਜ਼ 1947 ਦੇ ਵਿੱਚ ਆਈ ਹੈ। ਐਸਟਰੋਲੋਜਰ ਡੇਜ਼ ਦੇ ਵਿੱਚ ਇੱਕ ਹੈ ਇਹ ਆਪਣਾ ਇਹ +2 ਦੇ ਸਿਲੇਬਸ ਵਿੱਚ ਜੋ ਹੈ ਪੰਜਾਬ ਬੋਰਡ ਦੇ ਇਹ ਪ੍ਰਿਸਕ੍ਰਾਈਬਡ ਹੈ। ਔਰ ਇਹਦੇ ਵਿੱਚ ਕਿਵੇਂ ਇੱਕ ਜਿਹੜਾ ਜੋ ਮੇਨ ਪ੍ਰੋਟੈਗਨਿਸਟ ਹੈ ਉਹ ਕਿਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ, ਦੋ ਹੀ ਡਜ਼ ਨਾਟ ਹੈਵ ਐਨੀ ਸਕਿੱਲਸ ਆਫ ਐਸਟਰੋਲੋਜੀ। ਬਸ ਉਹ ਆਪਣੇ ਲਾਈਫ ਐਕਸਪੀਰੀਅੰਸਿਸ ਨੂੰ ਸ਼ੇਅਰ ਕਰਦਾ ਹੋਇਆ ਹੀ ਲੋਕਾਂ ਨੂੰ ਜੋ ਹੈ ਬੇਵਕੂਫ ਬਣਾਉਂਦਾ ਹੈ ਅਤੇ ਪੈਸੇ ਇਕੱਠੇ ਕਰਦਾ ਹੈ, ਠੀਕ ਹੈ। ਔਰ ਬਹੁਤ ਹੀ ਇੱਕ ਜਿੱਦਾਂ ਸਾਧੂ ਰਹਿੰਦੇ ਨੇ ਆਪਣੇ ਇੰਡੀਆ ਦੇ ਵਿੱਚ, ਉਸ ਤਰ੍ਹਾਂ ਹੀ ਇਹਦੀ ਪੂਰੀ ਅਟਾਇਰ ਇਹਨੇ ਕੈਰੀ ਕੀਤੀ ਹੋਈ ਹੈ। ਦੈਨ ਲੋਲੀ ਰੋਡ ਐਂਡ ਅਦਰ ਸਟੋਰੀਜ਼ 1956 ਦੇ ਵਿੱਚ। ਐਂਡ ਨੈਕਸਟ ਇਜ਼ ਦ ਹੋਰਸ ਐਂਡ ਟੂ ਕੋਰਸ ਦੈਟ ਜਸਟ ਫॉर ਰਿਮੈਂਬਰੈਂਸ ਅੰਡਰ ਦ ਬਨੀਅਨ ਟਰੀ ਐਂਡ ਅਦਰ ਸਟੋਰੀਜ਼, ਅ ਗ੍ਰੈਂਡ ਮਦਰ ਐਂਡ ਸਿਲੈਕਟਡ ਸਟੋਰੀਜ਼, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਇੰਪੋਰਟੈਂਟ ਵਰਕਸ ਜੋ ਮੈਨੂੰ ਲੱਗਦਾ ਹੈ ਤੁਸੀਂ ਕਰਨਾ ਹੈ। ਐਸਟਰੋਲੋਜਰ ਇਹ ਤੁਹਾਨੂੰ ਸਟੋਰੀ ਦੀ ਬਸ ਐਗਜ਼ੈਕਟਲੀ ਸਟੋਰੀ ਤਾਂ ਇਹੀ ਚੱਲਦੀ ਪਈ ਹੈ, ਠੀਕ ਹੈ। ਕਿਸੇ ਦਾ ਮਰਡਰ ਕਰ ਦਿੰਦਾ ਹੈ, ਕਿਸ ਤਰ੍ਹਾਂ ਫਿਰ ਐਸਟਰੋਲੋਜਰ ਬਣ ਜਾਂਦਾ ਹੈ। ਇੱਕ ਜਿਹੜੀ ਹੈ ਗੋਡ ਡਾਇਮੰਡਸ ਮਾਲਗੁਡੀ ਡੇਜ਼ ਦੇ ਕੈਰੈਕਟਰ ਸਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਦੈਨ ਆ ਜਾਂਦਾ ਹੈ ਆਪਣੇ ਕੋਲ ਆਟੋਬਾਇਓਗ੍ਰਾਫੀਜ਼ ਇਹਨਾਂ ਦੀ ਇੰਪੋਰਟੈਂਟ ਹੈ ਕਿ ਇਹ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਪੁੱਛ ਸਕਦੇ ਨੇ ਕਿ ਦੱਸੋ ਕਿ ਕਿਹੜੀ ਜਿਹੜੀ ਹੈ ਆਟੋਬਾਇਓਗ੍ਰਾਫੀ ਇਹ ਕਿਸ ਰਾਈਟਰ ਦੀ ਹੈ। ਇਸ ਤਰ੍ਹਾਂ ਕਰਕੇ ਇੱਕ ਆ ਸਕਦੀ ਹੈ ਕਿ ਸਪੋਜ਼ ਰਾਜਾ ਰਾਓ ਦੀ ਵੀ ਦੇਤੀ, ਖੁਸ਼ਵੰਤ ਸਿੰਘ ਦੀ ਵੀ ਦੇਤੀ, ਅਤੇ ਇਸ ਤਰ੍ਹਾਂ ਕਰਕੇ ਤੁਹਾਨੂੰ ਦੇਤੀ ਔਰ ਤੁਸੀਂ ਉਹਨੂੰ ਮੈਚ ਕਰਨਾ ਹੈ। ਇੱਕ ਇਸ ਤਰ੍ਹਾਂ ਵੀ ਆ ਸਕਦੀ ਹੈ। ਔਰ ਇੱਕ ਦੇਤਾ ਕਿ ਦੱਸੋ ਰਾਜਾ ਰਾਓ ਦੀ ਕਿਹੜੀ ਹੈ, 4 ਨਾਮ ਦੇਤੇ, ਤੁਸੀਂ ਰੈਕੋਗਨਾਈਜ਼ ਕਰਨਾ ਹੈ। ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਹੈ। ਸੋ ਜਿਹੜਾ ਪਾਸਟ ਈਅਰਸ ਦੇ ਵਿੱਚ ਆਟੋਬਾਇਓਗ੍ਰਾਫੀ ਤੋਂ ਕੁਐਸਚਨ ਪੁੱਛੇ ਗਏ ਨੇ, ਜਿਵੇਂ ਖੁਸ਼ਵੰਤ ਸਿੰਘ ਦੀ ਬਾਇਓਗ੍ਰਾਫੀ ਤੋਂ ਵੀ ਕੁਐਸਚਨ ਆ ਚੁੱਕਿਆ ਹੈ। ਇਸ ਤਰ੍ਹਾਂ ਹੀ ਕੁਐਸਚਨ ਅੱਗੇ ਵੀ ਬਣਨਗੇ, ਠੀਕ ਹੈ। ਆਟੋਬਾਇਓਗ੍ਰਾਫੀਜ਼ ਇੰਪੋਰਟੈਂਟ ਹੈ। ਸੋ ਮਾਈ ਡੇਜ਼ ਇਹਨਾਂ ਦੀ ਆਟੋਬਾਇਓਗ੍ਰਾਫੀ ਹੈ 1975 ਦੇ ਵਿੱਚ, ਔਰ ਮਾਈ ਡੇਜ਼ ਪਲੱਸ ਡੈਰੀ ਆਈ ਸੀ 1960 ਦੇ ਵਿੱਚ। ਇਹ ਦੋਨੋਂ ਹੀ ਇਹਨਾਂ ਦੀ ਆਟੋਬਾਇਓਗ੍ਰਾਫੀ ਹੈ। ਦੈਨ ਨੋਵਲਸ ਨੇ, ਨੋਵਲਸ ਦੇ ਵਿੱਚ ਦ ਗਾਈਡ ਵੈਰੀ 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 ਇੰਪੋਰਟੈਂਟ। ਇਹਦੇ ਸਾਰੇ ਹੀ ਕੈਰੈਕਟਰ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇਹਦੇ ਵਿੱਚ ਰਾਜੂ, ਮਾਰਕੋ, ਰੋਜ਼ੀ, ਵਿਲੈਨ, ਇਹ ਸਾਰੇ ਕੈਰੈਕਟਰਸ ਨੇ। ਰਾਜੂ ਉਹਨਾਂ ਦੀ ਮੰਮੀ ਔਰ ਮਾਮਾ ਜੀ ਉਹਨਾਂ ਦੇ ਰਹਿੰਦੇ ਨੇ ਪਹਿਲੇ, ਫਿਰ ਉਹ ਇੱਕ ਟੂਰਿਸਟ ਗਾਈਡ ਹੈ। ਦੈਨ ਮਾਰਕੋ ਜਿਹੜਾ ਹੈ ਇਹ ਇੱਕ ਆਰਕੀਓਲੋਜਿਸਟ ਹੈ, ਠੀਕ ਹੈ। ਉਸਦੀ ਵਾਈਫ ਜਿਹੜੀ ਹੈ ਡਾਂਸਰ ਰੋਜ਼ੀ ਬਣਨਾ ਚਾਹੁੰਦੀ ਹੈ, ਔਰ ਬਾਅਦ ਦੇ ਵਿੱਚ ਇਹ ਕਿਸ ਤਰ੍ਹਾਂ ਹੀ ਸ਼ੀ ਫਾਲ ਇਨ ਲਵ ਵਿਦ ਰਾਜੂ। ਐਂਡ ਰਾਜੂ ਜਿਹੜਾ ਹੈ ਉਹਦਾ ਸਾਰਾ ਫਾਈਨੈਂਸ਼ੀਅਲ ਦੇਖਦਾ ਹੈ, ਤਾਂ ਇੱਕ ਦਿਨ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਅਣਬਣ ਹੋ ਜਾਂਦੀ ਹੈ, ਕਿਸ ਤਰ੍ਹਾਂ ਫਿਰ ਉਹ ਰਾਜੂ ਜਿਹੜਾ ਹੈ, ਤੁਸੀਂ ਦੇਖ ਲੈਣਾ ਮੂਵੀ ਦੇਵ ਆਨੰਦ ਦੀ ਜਿਹੜੀ ਮੂਵੀ ਹੈ, ਇਸ ਦੇ ਉੱਤੇ ਨੋਵਲਸ ਵੀ ਲਿਖੇ ਹੋਏ ਨੇ, ਤਾਂ ਕਿਸੇ ਤਰ੍ਹਾਂ ਵੀ ਤੁਸੀਂ ਸਟੋਰੀ ਦੀ ਪੜ੍ਹ ਲੈਣਾ, ਠੀਕ ਹੈ। ਇਸ ਦੇ ਲਈ ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ, ਦੈਟ ਇਜ਼ ਵੈਰੀ ਇੰਪੋਰਟੈਂਟ। ਐਂਡ 1958 ਦੇ ਵਿੱਚ ਇਹਨਾਂ ਨੂੰ ਇਹ ਲਿਖਿਆ ਸੀ, ਔਰ 90 ਅਵਾਰਡ ਮਿਲਿਆ, ਤੁਸੀਂ ਦੇਖ ਲੈਣਾ, ਨੀਚੇ ਦੱਸੂਗੀ ਮੈਂ ਇਹਦੇ ਬਾਰੇ। ਦੈਨ ਇਜ਼ ਦ ਬੈਚਲਰ ਆਫ ਆਰਟ ਨੋਵਲਸ ਇਹਨਾਂ ਦੇ ਸਾਰੇ ਹੀ ਬਹੁਤ ਇੰਪੋਰਟੈਂਟ ਨੇ, ਔਰ ਸਾਰੇ ਹੀ ਬਾਰੇ ਸਟੋਰੀ ਪਤਾ ਹੋਣੀ ਚਾਹੀਦੀ ਹੈ। ਦ ਡਾਰਕ ਰੂਮ, ਦ ਇੰਗਲਿਸ਼ ਟੀਚਰ, ਵੇਟਿੰਗ ਫॉर ਮਹਾਤਮਾ, ਇਹ ਆਪਣੇ BA ਦੇ ਸਿਲੇਬਸ ਵਿੱਚ ਪ੍ਰੈਸਕ੍ਰਾਈਬਡ ਸੀਗਾ, ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਇਆ ਹੈ ਵੇਟਿੰਗ ਫॉर ਮਹਾਤਮਾ, ਠੀਕ ਹੈ। ਦੋ ਹੀ ਇਜ਼ ਵੇਟਿੰਗ ਫॉर ਮਹਾਤਮਾ ਬਟ देयर इज़ नो गांधी,
ਦ ਵੈਂਡਰ ਆਫ ਸਵੀਟਸ ਵੈਰੀ ਇੰਪੋਰਟੈਂਟ ਅਗੇਨ, ਇਹਦੇ ਵਿੱਚ ਦੋ ਕੈਰੈਕਟਰ ਨੇ, ਜਗਨ ਐਂਡ ਮਾਲੀ। ਮਾਲੀ ਰਿਪਰੈਜ਼ੈਂਟ ਮੋਡਰਨਿਟੀ ਐਂਡ ਜਗਨ ਰਿਪਰੈਜ਼ੈਂਟ ਟ੍ਰਡੀਸ਼ਨਲ ਫਾਦਰ। ਸੋ ਅਵਾਰਡਸ ਜਿਹੜੇ ਇਹਨਾਂ ਨੂੰ ਮਿਲੇ ਨੇ ਉਹ ਆਪਾਂ ਦੇਖ ਲੈਂਦੇ ਹਾਂ। ਸਾਹਿਤ ਅਕੈਡਮੀ ਅਵਾਰਡ ਇਹਨਾਂ ਨੂੰ ਮਿਲਿਆ ਹੈ, ਸਾਹਿਤ ਅਕੈਡਮੀ ਅਵਾਰਡ ਜਿਹੜਾ ਹੈ 1960 ਦੇ ਵਿੱਚ ਇਹਨਾਂ ਨੂੰ ਮਿਲਿਆ। ਔਰ ਦ ਗਾਈਡ ਜਿਹੜਾ ਵਰਕ ਇਹਨਾਂ ਨੇ 1958 ਦੇ ਵਿੱਚ ਲਿਖਿਆ ਸੀ ਉਹਦੇ ਲਈ ਮਿਲਿਆ। ਪਦਮ ਭੂਸ਼ਣ ਇਹਨਾਂ ਨੂੰ ਮਿਲਿਆ 1964 ਦੇ ਵਿੱਚ, ਪਦਮ ਵਿਭੂਸ਼ਣ ਮਿਲਿਆ ਇਹਨਾਂ ਨੂੰ 2001 ਦੇ ਵਿੱਚ। ਫਿਰ ਇਹਨਾਂ ਨੂੰ 2-4 ਹੋਰ ਇੰਪੋਰਟੈਂਟ ਜਿਹੜੇ ਅਵਾਰਡਸ ਮਿਲੇ ਨੇ, AC ਬੈਂਸਨ ਮੈਡਲ ਬਾਈ ਬ੍ਰਿਟਿਸ਼ ਰਾਇਲ ਸੁਸਾਇਟੀ 1982 ਦੇ ਵਿੱਚ ਇਹ ਇਲੈਕਟਡ ਹੋਏ ਸੀ ਐਜ਼ ਐਨ ਆਨਰਰੀ ਮੈਂਬਰ of American Academy of Arab and Letters. Okay, so some other important works that is written by him are Next Sunday in 1960, Reluctant Guru 1974, The Wither, yeah, ਇੱਧਰ Wither ਆਉਣਾ ਹੈ WHITHER, Wither Nightmare 1985 ਦੇ ਵਿੱਚ। ਔਰ ਇਹਨਾਂ ਦੇ some mythological works ਨੇ, God, Amen and Others 1964, The Ramayana 1972, The Mahabharata ਪ੍ਰੋਜ਼ ਵਰਜ਼ਨ ਆਫ ਇੰਡੀਅਨ ਐਪਿਕ। ਅੱਛਾ, ਅਗਰ ਇਸ ਤਰ੍ਹਾਂ ਵੀ ਕਿਤੇ ਆ ਜਾਂਦਾ ਹੈ ਨਾ ਕਿ ਇਹ ਮਤਲਬ ਜਿਵੇਂ ਮਹਾਭਾਰਤ ਦੇ ਅੱਗੇ ਲਿਖਿਆ ਹੈ ਪ੍ਰੋਜ਼ ਵਰਜ਼ਨ ਆਫ ਇੰਡੀਅਨ ਐਪਿਕ, ਸੋ ਇਸ ਤਰ੍ਹਾਂ ਵੀ ਤੁਸੀਂ ਜਿਹੜੇ ਫੁੱਲ ਨੇਮ ਹੁੰਦੇ ਨੇ ਵਰਕਸ ਦੇ ਉਹ ਵੀ ਸਾਡੇ ਲਈ ਇੰਪੋਰਟੈਂਟ ਹੁੰਦੇ ਨੇ, ਸਾਨੂੰ ਉਹਨਾਂ ਨੂੰ ਪੜ੍ਹਨਾ ਬਹੁਤ ਹੀ ਇੰਪੋਰਟੈਂਟ ਹੁੰਦਾ ਸਾਡੇ ਲਈ। ਸੋ ਇਹ ਆਇਆ ਸੀ 1978 ਦੇ ਵਿੱਚ। ਸੋ ਦਿਸ ਇਜ਼ ਆਲ ਫॉर ਦੀ ਆਰ ਕੇ ਨਾਰਾਇਣ। ਔਰ ਤੁਸੀਂ ਇਹਨਾਂ ਦੇ ਜਿਹੜੇ ਇੰਪੋਰਟੈਂਟ ਵਰਕਸ ਨੇ ਜਿਵੇਂ ਗਾਈਡ, ਦ ਬੈਚਲਰ ਆਫ ਆਰਟ, ਇੰਗਲਿਸ਼ ਟੀਚਰ, ਵੇਟਿੰਗ ਫॉर ਮਹਾਤਮਾ, ਐਸਟਰੋਲੋਜੀ, ਵੈਂਡਰ ਆਫ ਸਵੀਟਸ, ਠੀਕ ਹੈ, ਮਾਈ ਡੇਜ਼ ਦੇ ਬਾਰੇ ਥੋੜ੍ਹਾ ਜਿਹਾ ਦੇਖ ਲੈਣਾ ਕਿ ਕੀ ਕੀ ਦੇ ਅੰਦਰ ਚੱਲਦਾ ਹੈ। ਔਰ ਅੰਡਰ ਦਾ ਬਨੀਅਨ ਟਰੀ ਦੇ ਵਿੱਚ ਕਿਹੜੀ ਕਿਹੜੀ ਸਟੋਰੀਜ਼ ਕਵਰ ਹੋ ਰਹੀਆਂ ਨੇ। ਸੋ ਇਹੀ ਉਹਨਾਂ ਦੇ ਅਵਾਰਡਸ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਔਰ ਬੈਚਲਰ ਆਫ ਆਰਟ ਇਹਨਾਂ ਦਾ ਵਰਕ ਇੰਪੋਰਟੈਂਟ ਹੈ। ਸੋ ਦਿਸ ਇਜ਼ ਆਲ ਅਬਾਊਟ ਦੀ ਆਰ ਕੇ ਨਾਰਾਇਣਾ। ਇਸ ਤੋਂ ਬਾਹਰ ਤਾਂ ਕੁਛ ਵੀ ਜਾਣ ਦੀ ਲੋੜ ਨਹੀਂ ਹੈ, ਇਸ ਤੋਂ ਬਾਹਰ ਕੋਈ ਕੁਛ ਨਹੀਂ ਪੁੱਛ ਸਕਦਾ, ਠੀਕ ਹੈ। ਆਰ ਕੇ ਨਾਰਾਇਣਾ ਵਿੱਚੋਂ ਇੱਕ ਵਾਰ ਵਿਕੀਪੀਡੀਆ ਖੋਲ੍ਹ ਕੇ ਇਹਨਾਂ ਦੇ ਸਾਰੇ ਜਿਹੜੀ ਹੈ ਇਹਨਾਂ ਦੇ ਸਾਰੇ ਵਰਕਸ ਦੀ ਜੋ ਹੈ ਕਰੋਨੋਲੋਜੀ ਦੇਖਣਾ, ਸਾਰੇ ਕਿੱਦਾਂ ਮਤਲਬ ਕਿਹੜੇ ਸੀਰੀਅਲ ਆਰਡਰ ਦੇ ਵਿੱਚ ਕਿਹੜਾ ਵਰਕ ਆਇਆ ਹੈ, ਕਦੋਂ ਆਇਆ ਹੈ, ਕਿਹੜੇ ਕਿਹੜੇ ਵਰਕਸ ਨੇ, ਇੱਕ ਵਾਰ ਨਜ਼ਰ ਮਾਰ ਲੈਣਾ। ਦੈਟਸ ਸਫੀਸ਼ੀਐਂਟ ਫॉर ਦੀ ਆਰ ਕੇ ਨਾਰਾਇਣਾ। ਥੈਂਕ ਯੂ ਫॉर ਵਾਚਿੰਗ।